ਡੀਅਰ ਸਟੂਡੈਂਟ, ਆਈ ਹੋਪ ਕਿ ਤੁਸੀਂ ਜਿਹੜਾ ਵੇਵ ਆਪਟਿਕਸ ਦਾ ਜਿਹੜਾ ਸਾਡਾ ਪਹਿਲਾ ਲੈਕਚਰ ਸੀਗਾ ਵੇਵ ਫਰੰਟ, ਉਹਦੇ ਬਾਰੇ ਤੁਸੀਂ ਅੱਛੇ ਤਰੀਕੇ ਦੇ ਨਾਲ ਜਿਹੜਾ ਉਹ ਵੀਡੀਓ ਤੋਂ ਸਮਝ ਲਿਆ ਹੋਵੇਗਾ। ਨਾਓ ਟੁਡੇ ਵੀ ਆਰ ਗੋਇੰਗ ਟੂ ਡਿਸਕਸ ਦਾ ਵੇਵ ਥਿਊਰੀ, that is Huygens principle. It is also known as wave theory. ਅੱਜ ਦਾ ਲੈਕਚਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਸ ਤੋਂ ਬਾਅਦ ਜਿੰਨੇ ਵੀ ਲੈਕਚਰਸ ਆਣੇ ਆ ਉਹ ਇਸੇ ਥਿਊਰੀ ਦੇ ਉੱਪਰ ਹੀ ਜਿਹੜਾ ਉਹ ਸਾਰੇ ਬੇਸ ਹੋਣਗੇ। ਕਲੀਅਰ? ਸਭ ਤੋਂ ਪਹਿਲਾਂ ਅਸੀਂ ਜਿਹੜਾ ਵੇਵ ਫਰੰਟ ਪੜ੍ਹਿਆ ਸੀ ਉਹਦੇ ਬਾਰੇ ਆਪਾਂ ਥੋੜਾ ਜਿਹਾ ਰਿਵਾਈਜ਼ ਕਰ ਲੈਂਦੇ ਆ ਕਿ ਵੇਵ ਫਰੰਟ ਕੀ ਹੈ। Wave front is the continuous locus of all the particles of the medium which are vibrating in the same phase. ਇਹ ਪਿਛਲੇ ਲੈਕਚਰ 'ਚ ਦੱਸਿਆ, ਇਹ ਉਹਦੀ ਡੈਫੀਨੇਸ਼ਨ ਹੈ। ਤੇ ਅਸੀਂ ਆ ਵੀ ਪੜਿਆ ਸੀ ਕਿ ਸਾਡੇ ਕੋਲ ਤਿੰਨ ਤਰ੍ਹਾਂ ਦੇ ਵੇਵ ਫਰੰਟ ਹੁੰਦੇ ਨੇ। ਇੱਕ ਵੇਵ ਫਰੰਟ ਹੈ ਸਾਡੇ ਕੋਲ ਸਫੈਰੀਕਲ ਵੇਵ ਫਰੰਟ। ਸਫੈਰੀਕਲ ਵੇਵ ਫਰੰਟ ਜਿਹੜਾ ਹੈ ਇਹ ਕਿੱਥੋਂ ਓਰੀਜਿਨੇਟ ਹੁੰਦਾ ਹੈ? ਸਾਡੇ ਕੋਲ ਜੇਕਰ ਸਾਡਾ ਸੋਰਸ ਕਿਹੜਾ ਹੋਵੇ ਪੁਆਇੰਟ ਸੋਰਸ, ਉਥੋਂ ਜਿਹੜਾ ਵੇਵ ਫਰੰਟ ਨਿਕਲੇਗਾ that will be our spherical wave front। ਦੂਸਰਾ ਵੇਵ ਫਰੰਟ ਅਸੀਂ ਪੜਿਆ ਸੀ ਸਿਲੰਡਰੀਕਲ ਵੇਵ ਫਰੰਟ। ਤੇ ਸਿਲੰਡਰੀਕਲ ਵੇਵ ਫਰੰਟ ਦੇ ਲਈ ਸਾਡੇ ਕੋਲ ਜਿਹੜਾ ਸੋਰਸ ਹੋਣਾ ਚਾਹੀਦਾ ਹੈ ਉਹ ਲਾਈਨ ਸੋਰਸ ਹੋਣਾ ਚਾਹੀਦਾ ਹੈ। ਲਾਈਨ ਸੋਰਸ, ਜਿਸ ਤਰ੍ਹਾਂ ਟਿਊਬ ਹੈ, ਟਿਊਬ ਤੋਂ ਜਿਹੜਾ ਵੇਵ ਫਰੰਟ ਆਏਗਾ that will be your cylindrical wave front। ਤੇ ਜਿਹੜਾ ਬਲਬ ਹੈ ਜਸਟ ਇੱਕ ਪੁਆਇੰਟ, ਉੱਥੋਂ ਜਿਹੜਾ ਵੇਵ ਫਰੰਟ ਆਏਗਾ that will be spherical wave front। ਇੱਕ ਤੀਸਰਾ ਵੇਵ ਫਰੰਟ ਵੀ ਤੁਹਾਨੂੰ ਮੈਂ ਦੱਸਿਆ ਸੀ, ਉਹ ਬਹੁਤ ਇੰਪੋਰਟੈਂਟ ਹੈ, that is the plane wave front। plane wave front ਜਿਹੜਾ ਹੈ ਸਾਡੇ ਕੋਲ, ਉਹਨੂੰ ਅਸੀਂ ਇਸ ਤਰ੍ਹਾਂ ਦੇਖੋ ਆਪਾਂ ਸ਼ੋ ਕਰਦੇ ਹਾਂ। ਇਹ ਵੇਵ ਫਰੰਟ ਕਿੱਥੋਂ ਪੈਦਾ ਹੁੰਦਾ ਹੈ? ਭਾਵੇਂ ਇਹਨੂੰ ਪੁਆਇੰਟ ਸੋਰਸ ਤੋਂ ਪ੍ਰੋਡਿਊਸ ਕਰ ਲਓ, ਭਾਵੇਂ ਇਹਨੂੰ ਤੁਸੀਂ ਜਿਹੜਾ ਹੈ ਲਾਈਨ ਸੋਰਸ ਤੋਂ ਟਿਊਬ ਤੋਂ ਪੈਦਾ ਕਰ ਲਓ, ਬਟ ਇਹਦੇ ਮਗਰ ਇੱਕ ਕੰਡੀਸ਼ਨ ਹੈ, ਦਾ ਸੋਰਸ ਸ਼ੁੱਡ ਬੀ ਐਟ ਇਨਫਿਨਿਟੀ। ਜਿਹੜਾ ਸੋਰਸ ਹੈ ਨਾ ਉਹ ਇਨਫਿਨਿਟੀ ਤੇ ਹੋਣਾ ਚਾਹੀਦਾ। ਜੇ ਸੋਰਸ ਇਨਫਿਨਿਟੀ ਤੇ ਨਹੀਂ ਹੈ ਫਿਰ ਉਹ ਵੇਵ ਫਰੰਟ ਪਲੇਨ ਵਾਲਾ ਨਹੀਂ ਬਣੇਗਾ। ਇਹਦਾ ਮਤਲਬ ਸਨ ਤੋਂ ਜਿਹੜਾ ਵੇਵ ਫਰੰਟ ਨਿਕਲੇਗਾ ਨਾ, ਸਨ ਤੋਂ ਪਹਿਲਾਂ, ਸਨ ਕੀ ਹੈ? ਇੱਕ ਪੁਆਇੰਟ ਸੋਰਸ, ਉਥੋਂ ਵੇਵ ਫਰੰਟ ਆਏਗਾ ਸਫੈਰੀਕਲ, ਪਰ ਸਾਡੇ ਤੱਕ ਆਂਦੇ ਆਂਦਿਆਂ ਉਹ ਵੇਵ ਫਰੰਟ ਕਿਹੜਾ ਬਣ ਜਾਏਗਾ? ਪਲੇਨ ਵੇਵ ਫਰੰਟ ਬਣ ਜਾਏਗਾ। ਤੇ ਇੱਕ ਪੁਆਇੰਟ ਮੈਂ ਤੁਹਾਨੂੰ ਬਹੁਤ ਜ਼ੋਰ ਦੇ ਕੇ ਗਿਆ ਸੀ ਕਿ ਰੇ ਆਫ ਲਾਈਟ ਤੇ ਵੇਵ ਫਰੰਟ ਇਹ ਦੋਨੋਂ ਆਪਸ ਵਿੱਚ ਪਰਪੈਂਡੀਕੂਲਰ ਹੁੰਦੇ ਨੇ। ਰੇ ਆਫ ਲਾਈਟ ਤੇ ਵੇਵ ਫਰੰਟ ਬੋਥ ਆਰ ਪਰਪੈਂਡੀਕੂਲਰ ਟੂ ਈਚ ਅਦਰ। ਇਧਰ ਧਿਆਨ ਦਿਓ, ਇਹ ਕਿਹੜਾ ਵੇਵ ਫਰੰਟ ਹੈ? ਸਫੈਰੀਕਲ ਵੇਵ ਫਰੰਟ। ਕਲੀਅਰ? ਆ ਕੀ ਚੀਜ਼ ਹੈ? ਦਿਸ ਇਜ਼ ਅ ਰੇ ਆਫ ਲਾਈਟ। ਇਹ ਰੇ ਆਫ ਲਾਈਟ, ਇਹ ਸਫੈਰੀਕਲ ਵੇਵ ਫਰੰਟ, ਤੇ ਇਹ ਦੋਨੋਂ ਹੀ ਆਪਸ ਵਿੱਚ ਕੀ ਹੈਗੇ ਨੇ? ਪਰਪੈਂਡੀਕੂਲਰ ਨੇ, ਬਿਕੋਜ਼ ਟੈਂਜੈਂਟ ਤੇ ਰੇਡੀਅਸ ਆਪਸ ਵਿੱਚ ਪਰਪੈਂਡੀਕੂਲਰ ਹੁੰਦੇ ਨੇ। ਇਹਦੇ ਵਿੱਚ ਵੀ ਗੌਰ ਕਰੋ, ਇਹ ਸਾਡੇ ਕੋਲ ਆ ਗਿਆ ਪਲੇਨ ਵੇਵ ਫਰੰਟ, ਤੇ ਆ ਜਿਹੜੀ ਅਸੀਂ ਐਰੋ ਸ਼ੋ ਕੀਤੀਆਂ, these are the rays of light। ਇੱਥੇ ਦੇਖੋ ਧਿਆਨ ਨਾਲ, ਰੇਜ਼ ਆਫ ਲਾਈਟ ਜਿਹੜੀ ਹੈ ਇੱਕ ਦੂਸਰੇ ਦੇ ਪੈਰਲਲ ਹੋ ਗਈਆਂ। ਇਹ ਚੀਜ਼ ਨੋਟ ਕਰਨ ਵਾਲੀ ਹੈ, ਇਸੇ ਕਰਕੇ ਮੈਂ ਥੋੜਾ ਰਿਪੀਟ ਕਰਨ ਲੱਗਾ। ਇਹ ਜਿਹੜੀਆਂ ਰੇਜ਼ ਨੇ ਦੇਖੋ ਇੱਕ ਦੂਸਰੇ ਦੇ ਪੈਰਲਲ ਨੇ। ਇਹਦਾ ਮਤਲਬ ਜਿਹੜਾ ਪਲੇਨ ਵੇਵ ਫਰੰਟ ਹੋਏਗਾ, ਜਿਹੜਾ ਪਲੇਨ ਵੇਵ ਫਰੰਟ ਹੋਏਗਾ ਉਹਦੀਆਂ ਜਿਹੜੀਆਂ ਰੇਜ਼ ਹੋਣਗੀਆਂ ਇੱਕ ਦੂਸਰੇ ਦੇ ਪੈਰਲਲ ਹੋਣਗੀਆਂ। ਇਹਦਾ ਮਤਲਬ ਪੈਰਲਲ ਬੀਮ ਨੂੰ ਪੈਦਾ ਕਰਨ ਵਾਲਾ ਵੇਵ ਫਰੰਟ, ਉਹਦੀ ਸ਼ੇਪ ਕਿਸ ਤਰ੍ਹਾਂ ਦੀ ਹੁੰਦੀ ਹੈ? ਪੈਰਲਲ ਬੀਮਸ ਜੇ ਤੁਸੀਂ ਪ੍ਰੋਡਿਊਸ ਕਰਨੀ ਹੈ ਉਹਦੇ ਵੇਵ ਫਰੰਟ ਦੀ ਸ਼ੇਪ ਕਿਸ ਤਰ੍ਹਾਂ ਦੀ ਹੁੰਦੀ ਹੈ? ਪਲੇਨ ਵੇਵ ਫਰੰਟ। ਹਾਂਜੀ, ਠੀਕ ਹੈ। ਅਸੀਂ ਪੜਿਆ ਸੀ ਪਿੱਛੇ ਮਾਈਕਰੋਸਕੋਪ ਦੇ ਵਿੱਚ, ਟੈਲੀਸਕੋਪ ਦੇ ਵਿੱਚ ਆਪਾਂ ਪੜਿਆ ਕਿ ਜਦੋਂ ਵੀ ਬੀਮ ਸਨ ਤੋਂ ਆਉਂਦੀ ਹੈ ਅਸੀਂ ਉਹਨੂੰ ਇੱਕ ਪੈਰਲਲ ਬੀਮ ਲੈਂਦੇ ਹਾਂ। ਜਦੋਂ ਸੋਰਸ ਇਨਫਿਨਿਟੀ ਤੇ ਹੋਵੇ ਉਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਬੀਮ ਕਿਹੜੀ ਆਏਗੀ? ਪੈਰਲਲ ਬੀਮ ਆਏਗੀ। ਕਿਉਂ ਕਿਹਾ ਸੀ? ਕਿਉਂਕਿ ਸੋਰਸ ਮੇਰਾ ਇਨਫਿਨਿਟੀ ਤੇ ਆ, ਉਥੋਂ ਰੇਜ਼ ਆਂਦੀਆਂ ਆਂਦੀਆਂ ਸਾਡੇ ਤੱਕ
ਜਿਹੜਾ ਵੇਵ ਫਰੰਟ ਹੋਏਗਾ ਨਾ ਉਹ ਪਲੇਨ ਹੋ ਜਾਏਗਾ ਤੇ ਪਲੇਨ ਵੇਵ ਫਰੰਟ ਦੀ ਜਿਹੜੀ ਬੀਮ ਜਿਹੜੀ ਬਣਦੀ ਹੈ ਦੇਖੋ ਇੱਕ ਦੂਸਰੇ ਦੇ ਕੀ ਹੁੰਦੀ ਹੈ ਪੈਰਲਲ ਹੁੰਦੀ ਹੈ। ਹਾਊ ਟੂ ਪ੍ਰੋਡਿਊਸ ਪੈਰਲਲ ਬੀਮ, ਕਈ ਆਨਸਰ ਹੋ ਸਕਦੇ ਨੇ। ਹਾਊ ਟੂ ਪ੍ਰੋਡਿਊਸ ਪੈਰਲਲ ਬੀਮ, ਪਹਿਲਾ ਆਨਸਰ ਸੋਰਸ ਨੂੰ ਇਨਫਿਨਿਟੀ ਤੇ ਰੱਖ ਦਿਓ ਕਿਉਂਕਿ ਸੋਰਸ ਇਨਫਿਨਿਟੀ ਤੇ ਹੋਏਗਾ, ਠੀਕ ਹੈ। ਉੱਥੋਂ ਜਿਹੜਾ ਵੇਵ ਫਰੰਟ ਸਾਡੇ ਤੱਕ ਆਏਗਾ ਉਹ ਪਲੇਨ ਵੇਵ ਫਰੰਟ ਬਣ ਜਾਏਗਾ ਤੇ ਉਹਦੇ ਪੈਰਲਲ ਬੀਮ ਪੈਦਾ ਹੋ ਜਾਣਗੀਆਂ। ਦੂਸਰਾ ਕੁਐਸਚਨ ਇਹ ਵੀ ਆ ਸਕਦਾ ਹੈ ਜੇਕਰ ਤੁਸੀਂ ਪੈਰਲਲ ਬੀਮ ਪੈਦਾ ਕਰਨੀ ਹੈ ਉਹਦੇ ਵੇਵ ਫਰੰਟ ਦੀ ਸ਼ੇਪ ਕਿਸ ਤਰ੍ਹਾਂ ਦੀ ਹੋਏਗੀ, ਤੁਸੀਂ ਕਹੋਗੇ ਉਹਦਾ ਵੇਵ ਫਰੰਟ ਜਿਹੜਾ ਹੈ ਉਹ ਪਲੇਨ ਵੇਵ ਫਰੰਟ ਹੋਏਗਾ। ਕਲੀਅਰ। ਤੇ ਜੇ ਇੱਕ ਸਾਡਾ ਪੁਆਇੰਟ ਸੋਰਸ ਹੈ ਇਹਦਾ ਵੇਵ ਫਰੰਟ ਦੇਖੋ ਸਫੈਰਿਕਲ ਹੈ, ਇਥੋਂ ਰੇਜ਼ ਬਾਹਰ ਨੂੰ ਨਿਕਲਦੀਆਂ ਪਈਆਂ, ਇਹਨੂੰ ਬੋਲਦੇ ਆ ਡਿਵਰਜਿੰਗ ਸਫੈਰਿਕਲ ਵੇਵ ਫਰੰਟ। ਇਥੋਂ ਬੀਮ ਦੇਖੋ ਬਾਹਰ ਨੂੰ ਜਾ ਰਹੀ ਹੈ, ਇਟ ਇਜ਼ ਅ ਡਿਵਰਜਿੰਗ ਸਫੈਰਿਕਲ ਵੇਵ ਫਰੰਟ। ਤੇ ਜੇ ਬੀਮ ਇੱਕ ਜਗ੍ਹਾ ਤੇ ਆ ਕੇ ਇਕੱਠੀ ਹੁੰਦੀ ਹੋਵੇ ਫਿਰ ਅਸੀਂ ਉਹਨੂੰ ਬੋਲਦੇ ਆ ਕਨਵਰਜਿੰਗ ਸਫੈਰਿਕਲ ਵੇਵ ਫਰੰਟ। ਜਿਸ ਤਰ੍ਹਾਂ ਆ ਸਾਡੇ ਕੋਲ ਸੋਰਸ ਹੈ, ਇਥੋਂ ਰੇਜ਼ ਬਾਹਰ ਨੂੰ ਜਾ ਰਹੀਆਂ ਲਾਈਕ ਦਿਸ, ਇਹ ਸਾਡਾ ਜਿਹੜਾ ਵੇਵ ਫਰੰਟ ਹੈਗੇ ਨੇ ਜਿਹੜੇ ਆ ਵਾਲੇ ਵੇਵ ਫਰੰਟ, ਇਹਨਾਂ ਨੂੰ ਬੋਲਾਂਗੇ ਡਿਵਰਜਿੰਗ ਸਫੈਰਿਕਲ ਵੇਵ ਫਰੰਟ। ਤੇ ਜੇਕਰ ਅਸੀਂ ਐਰੋਜ਼ ਨੂੰ ਅੰਦਰ ਨੂੰ ਕਰ ਦਈਏ ਲਾਈਕ ਦਿਸ, ਐਰੋ ਅੰਦਰ ਨੂੰ ਕਰ ਦਈਏ, ਬੀਮ ਇੱਕ ਜਗ੍ਹਾ ਤੇ ਆ ਕੇ ਇਕੱਠੀ ਹੋਣ ਲੱਗੀ ਹੈ, ਫਿਰ ਕੀ ਹੋਏਗਾ that wave front are known as converging spherical wave front। ਅੱਛਾ, ਇੱਕ ਕੁਐਸਚਨ ਆਂਦਾ ਹੈ, ਮੰਨ ਲਓ ਕਿ ਸਾਡੇ ਕੋਲ ਆ ਲੈਂਸ ਹੈ, ਠੀਕ ਹੈ, ਇਸ ਲੈਂਸ ਦੇ ਉੱਤੇ ਪੈਰਲਲ ਬੀਮ ਆ ਰਹੀ ਹੈ, ਠੀਕ, ਤੇ ਸਾਨੂੰ ਪਤਾ ਜਿਹੜਾ ਕਨਵੈਕਸ ਲੈਂਸ ਹੁੰਦਾ ਹੈ ਇਹਨੂੰ ਕਨਵਰਜਿੰਗ ਲੈਂਸ ਬੋਲਦੇ ਆ। ਆ ਕੀ ਕਰਦਾ ਹੈ ਸਾਰੀਆਂ ਰੇਜ਼ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਠਾ ਕਰ ਦਿੰਦਾ ਹੈ ਤੇ ਜਿਸ ਨੂੰ ਅਸੀਂ ਪੁਆਇੰਟ ਦਾ ਨਾਮ ਕੀ ਹੁੰਦਾ ਸਾਡਾ ਫੋਕਸ ਬੋਲਦੇ ਆ। ਇਹ ਸਾਨੂੰ ਆਲਰੇਡੀ ਪਤਾ ਹੈ ਕਿ ਪੈਰਲਲ ਬੀਮ ਨੂੰ ਕਨਵੈਕਸ ਲੈਂਸ ਇੱਕ ਜਗ੍ਹਾ ਦੇ ਉੱਤੇ ਜਿਹੜਾ ਉਹ ਕਨਵਰਜ ਕਰ ਦਿੰਦਾ ਹੈ। ਹਾਂਜੀ ਠੀਕ। ਹੁਣ ਕੁਐਸਚਨ ਹੈ ਕਿ ਜਦੋਂ ਪੈਰਲਲ ਬੀਮ ਸੀ ਇੱਥੇ ਵੇਵ ਫਰੰਟ ਦੀ ਸ਼ੇਪ ਦੱਸਣੀ ਹੈ ਤੁਸੀਂ। ਹਾਂਜੀ, ਪਹਿਲਾਂ ਰੀਫਰੈਕਸ਼ਨ ਤੋਂ ਪਹਿਲਾਂ ਤੇ ਰੀਫਰੈਕਸ਼ਨ ਤੋਂ ਬਾਅਦ ਦੋਨਾਂ ਕੇਸਾਂ 'ਚ ਅਸੀਂ ਵੇਵ ਫਰੰਟ ਦੀਆਂ ਜਿਹੜੀਆਂ ਨੇ ਉਹ ਆਪਾਂ ਸ਼ੇਪ ਦੱਸਣੀ ਹੈ। ਹੁਣ ਦੱਸੋ ਪਹਿਲਾ ਬੀਮ ਕਿਹੜੀ ਆ ਰਹੀ ਹੈ ਪੈਰਲਲ ਬੀਮ, ਤੇ ਪੈਰਲਲ ਬੀਮ ਦਾ ਜਿਹੜਾ ਵੇਵ ਫਰੰਟ ਹੁੰਦਾ ਹੈ ਉਹ ਕਿਹੜਾ ਵੇਵ ਫਰੰਟ ਹੁੰਦਾ ਹੈ that is the plane wave front। ਇਹ ਮੈਂ ਹੁਣੇ ਤੁਹਾਨੂੰ ਸ਼ੋ ਕੀਤਾ ਹੈ ਕਿ ਪੈਰਲਲ ਬੀਮ ਦਾ ਵੇਵ ਫਰੰਟ ਹੋ ਗਿਆ ਪਲੇਨ ਵੇਵ ਫਰੰਟ। ਹੁਣ ਬੀਮ ਜਦੋਂ ਰੀਫਰੈਕਟ ਹੋ ਕੇ ਲੈਂਸ ਦੇ ਵਿੱਚੋਂ ਨਿਕਲੀ ਇੱਕ ਜਗ੍ਹਾ ਤੇ ਜਾ ਕੇ ਦੇਖੋ ਇਕੱਠੀ ਹੋ ਗਈ, ਕਨਵਰਜ ਹੋ ਗਈ, ਤੇ ਇਸ ਟਾਈਮ ਸਾਡੇ ਕੋਲ ਜਿਹੜਾ ਹੈ ਵੇਵ ਫਰੰਟ ਦੀ ਜਿਹੜੀ ਆ ਉਹ ਸ਼ੇਪ ਜਿਹੜੀ ਆਏਗੀ that will be, ਹਾਂਜੀ, ਉਹ ਸ਼ੇਪ ਦਾ ਜਿਹੜਾ ਆਪਣਾ ਹੋਏਗਾ ਉਹਨੂੰ ਅਸੀਂ ਬੋਲਾਂਗੇ ਕਨਵਰਜਿੰਗ ਸਫੈਰਿਕਲ ਵੇਵ ਫਰੰਟ। ਇਸ ਤਰ੍ਹਾਂ ਉਹਨੇ ਇੱਕ ਜਗ੍ਹਾ ਤੇ ਆ ਕੇ ਉਹ ਕਨਵਰਜ ਹੋਏ ਨਾ, that is the converging spherical wave front। ਇਹ ਸਾਡੇ ਕੋਲ ਕਿਹੜਾ ਆ ਗਿਆ ਪਲੇਨ ਵੇਵ ਫਰੰਟ। ਇਸ ਤਰ੍ਹਾਂ ਦੇ ਜਿਹੜੇ ਕੁਐਸਚਨਸ ਨੇ ਉਹ ਤੁਹਾਡੇ ਕੋਲ ਵੇਵ ਫਰੰਟ ਦੇ ਉੱਪਰ ਪੁੱਛੇ ਜਾ ਸਕਦੇ ਨੇ। ਹਾਂਜੀ ਠੀਕ। ਤੇ ਆਓ ਹੁਣ ਅਸੀਂ ਜਿਹੜਾ ਹੈ ਨੈਕਸਟ ਟੌਪਿਕ ਜਿਹੜਾ ਆਪਾਂ ਡਿਸਕਸ ਕਰਦੇ ਹਾਂ, what is Huygens principle ਔਰ ਵੇਵ ਥਿਊਰੀ। ਇਹ ਬੇਟਾ ਦੋ ਉਹਦੇ ਪੁਆਇੰਟਸ ਨੇ, ਇਹ ਤੁਸੀਂ ਨੋਟ ਕਰ ਸਕਦੇ ਹੋ। ਸਭ ਤੋਂ ਪਹਿਲਾਂ ਮੈਂ ਪੁਆਇੰਟਸ ਤੁਹਾਨੂੰ ਮੈਂ ਜਸਟ ਰੀਡ ਕਰ ਦਿੰਦਾ, ਪਰ ਅਸੀਂ ਜਿਹੜਾ ਹੈ ਸਾਰੇ ਦੋ ਪੁਆਇੰਟਸ ਜਿਹੜੇ ਨੇ ਸਮਝਣੇ ਨੇ ਵਿਦ ਦਾ ਹੈਲਪ ਆਫ ਅ ਡਾਇਗਰਾਮ, ਬਹੁਤ ਇੰਪੋਰਟੈਂਟ ਨੇ। ਲਓ ਪਹਿਲਾ ਪੁਆਇੰਟ ਦੇਖੋ, ਐਵਰੀ ਪੁਆਇੰਟ ਔਨ ਦਾ ਗਿਵਨ ਵੇਵ ਫਰੰਟ, ਜਿਹੜਾ ਵੀ ਸਾਡਾ ਵੇਵ ਫਰੰਟ ਹੋਏਗਾ ਪਹਿਲਾ, ਜਿਹਨੂੰ ਅਸੀਂ ਪ੍ਰਾਇਮਰੀ ਵੇਵ ਫਰੰਟ ਬੋਲਾਂਗੇ, ਪਹਿਲਾ ਵੇਵ ਫਰੰਟ ਸਾਨੂੰ ਦੇ ਦਿੱਤਾ, ਉਹਦੇ ਉੱਪਰ ਹਰ ਇੱਕ ਪੁਆਇੰਟ ਐਕਟ ਐਜ਼ ਅ ਫਰੈਸ਼ ਸੋਰਸ ਆਫ ਨਿਊ ਡਿਸਟਰਬੈਂਸ, ਉਹ ਨਵੀਂ ਜਿਹੜਾ ਡਿਸਟਰਬੈਂਸ ਦੇ ਸੋਰਸ ਦਾ ਕੰਮ ਕਰੇਗਾ, ਜਿਸ ਨੂੰ ਅਸੀਂ ਬੋਲਾਂਗੇ ਸੈਕੰਡਰੀ ਵੇਵਲੈਟਸ, ਐਂਡ ਵਿਚ ਟਰੈਵਲ ਇਨ ਆਲ ਦਾ ਡਾਇਰੈਕਸ਼ਨ ਵਿਦ ਦਾ ਵੈਲੋਸਿਟੀ ਆਫ ਲਾਈਟ ਇਨ ਅ ਮੀਡੀਅਮ। ਉਹ ਜਿਹੜਾ ਹੈ ਮੀਡੀਅਮ ਦੇ ਵਿੱਚ ਉਸੇ ਤਰੀਕੇ ਦੇ ਨਾਲ ਟਰੈਵਲ ਕਰੇਗਾ ਜਿਸ ਤਰ੍ਹਾਂ ਮੇਨ ਸੋਰਸ ਤੋਂ ਲਾਈਟ ਆਈ ਸੀ, ਵੈਲੋਸਿਟੀ ਆਫ ਲਾਈਟ ਦੇ ਨਾਲ ਹੀ ਉਹ ਵੀ ਗਾਂ ਲਾਈਟ ਟਰੈਵਲ ਕਰੇਗੀ। ਇਹ ਮੈਂ ਡਿਸਕਸ ਕਰਦਾ। ਦੂਸਰਾ, ਅ ਸਰਫੇਸ ਟਚਿੰਗ these secondary wavelets tangentially in the forward direction at any instant give new wavefront called secondary wavefront। ਲਓ ਜੀ, ਇਹ ਦੋ ਪੁਆਇੰਟਸ ਨੇ। ਪਹਿਲਾਂ ਦੋਨਾਂ ਪੁਆਇੰਟਸ ਨੂੰ ਤੁਸੀਂ ਕਾਪੀ ਦੇ ਉੱਤੇ ਨੋਟ ਕਰ ਲਓ ਕਿਉਂਕਿ ਮੈਂ ਇੱਥੋਂ ਹੁਣ ਇਹਨੂੰ ਰੱਬ ਕਰਨ ਲੱਗਾ,
ठीक है, ब्लैक बोर्ड के उपर जगह नहीं हैगी, मैं इहनूं रब कर लगा है जो मैं हुण अगे डायग्राम के थ्रू समझाउण लगा है। ठीक है, ਉਹਨੂੰ बड़े ध्यान ਦੇ ਨਾਲ सुनना है ते नाल दे नाल ਇਹ पॉइंट्स ਨੂੰ भी ਜਿਹੜਾ नोट करके नाल दे नाल रीड करना। जो मैं बोलूंगा ना ਇਹ सारा कुछ मैं इहो समझाउण लगा क्योंकि ਇਹ डायग्राम तो बिना ਤੁਹਾਨੂੰ ਜਿਹੜਾ है ਇਹ क्लीयर नहीं होएगा। हाँ जी ठीक है, लो जी पहला देखो, पहला पॉइंट साडा वेव थ्योरी का, ਉਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ठीक है, मैं इथों रब कर लगा हाइगन प्रिंसीपल बोलते हैं, साइंटिस्ट का नेम सीगा हाइगन, जिन्हें यह थ्योरी जिहड़ी है वो प्रपोज की थी। लो जी ध्यान नाल देखना, समझो इंपॉर्टेंट। नाउ दिस इज पॉइंट सोर्स, यह पॉइंट सोर्स है जिथों लाइट ऑल डायरेक्शन दे विच जिहड़ी है वो निकलेगी। यह सानू पता ही ऑलरेडी असीं डिस्कस किया कि पॉइंट सोर्स तो लाइट हर डायरेक्शन दे विच निकलनी है। इस सोर्स का नाम हैगा, मैं इत्थे लिख देना एस सोर्स है। हाँ जी ठीक है, यह पॉइंट सोर्स हो गई। जदों इथों लाइट निकलेगी, मीडियम किहड़ा है साडे कोल, होमोजीनियस। ठीक, हर जगह की होएगा, जिहड़ा पार्टिकल्स ने ओदी डेंसिटी हर जगह ते सेम होएगी। इथों जदों लाइट निकली, ओदी वेलोसिटी होनी है c। ठीक है, ते आफ्टर टाइम t बाद ओने कितना डिस्टेंस कवर कर लेना है, वो मैं तुहानू पिछले लैक्चर दस्या सी, d = c × t। इथों लाइट निकली आफ्टर टाइम t विद वेलोसिटी c, द डिस्टेंस कवर्ड जिहड़ा है वो कितना होएगा d, ते d दी वैल्यू कितनी होएगी, वेलोसिटी इनटू टाइम। यह तुहानू फार्मूला ऑलरेडी पता है। अच्छा, जेड़े पार्टिकल सोर्स तो, एक आ वाला पार्टिकल, ठीक है, जेड़े भी आ पार्टिकल्स ने आ वाले, ठीक है, जिन्ना दा सोर्स तो डिस्टेंस कितना है c × t, आ वाला पार्टिकल, जिन्ने भी मीडियम दे पार्टिकल्स ने जिन्ना दा डिस्टेंस सोर्स तो c × t है, कहने का मतलब d है, उन्होंने सेम टाइम ते लाइट रिसीव करनी है, क्योंकि बराबर दे डिस्टेंस से बैठे आ, उन्होंने सारे ने कट्ठियां ने लाइट रिसीव करनी है। एंड दे स्टार्ट वाइब्रेट, जो कट्ठे लाइट रिसीव करेंगे, दे विल स्टार्ट वाइब्रेट इन द सेम फेज। कट्ठे अगे जाएंगे, कट्ठे पिछे आएंगे, दे स्टार्ट वाइब्रेट इन द सेम फेज। ते आ सारे पार्टिकल्स जिहड़े सेम फेज विच वाइब्रेट कर रहे आ, इन्हां नूं मैं एक लोकस, एक पाथ के थ्रू ज्वाइन करता, एंड दैट इज माई फर्स्ट वेव फ्रंट। यह मैं अपना जिहड़ा है पहला वेव फ्रंट ले लिया, ते जिहदा असी नेम जिहड़ा है रख दिता है ओ ए ते बी। व्हाट इज ए बी? इट इज अवर फर्स्ट वेव फ्रंट, जिन्हों कहांगे गिवन वेव फ्रंट। जिहड़ा मेरा गिवन वेव फ्रंट है पहला स्टार्टिंग पे, इनू मैं प्राइमरी वेव फ्रंट भी कह सकता। हाँ जी ठीक है, पहला आ वेव फ्रंट बन गया, कोई प्रॉब्लम? अच्छा, इस तो बाद इस वेव फ्रंट के ऊपर की है, इस वेव फ्रंट के ऊपर नंबर ऑफ पार्टिकल्स ने जेडे सेम फेज विच की कर रहे ने, वाइब्रेट कर रहे ने। हाँ जी, मान लो भी आ पार्टिकल है नंबर 1, एक आ पार्टिकल है नंबर 2, एक आ पार्टिकल्स ने नंबर 3, एक आ वाला पार्टिकल है नंबर 4। ਇਹ सारे पार्टिकल ਜਿਹੜੇ चार मैं शो किए हैं, वैसे हजारां लखां पार्टिकल सारे पार्टिकल है, मैं डायग्राम च नहीं बना सकता, मैं जस्ट विच 4 पार्टिकल ले लिया। जिन्ने भी पार्टिकल्स होणगे मेरे गिवन वेव फ्रंट दे उपर, ਇਹ फ्रैश सोर्स का काम करनगे, इन्हां ने भी लाइट अगे ट्रैवल करवानी है। जिस तरह यह सोर्स ने लाइट इत्थे तक पहुंचाई है ना, इस तरह यह सारे जिहड़े पार्टिकल्स ने, इन्हां ने भी लाइट जिहड़ी है अगे ट्रैवल करवानी है। हाँ जी क्लियर? यह भी सोर्स ही बन गए ने साडे, एक सोर्स तो पता नहीं किन्ने हजारां सोर्स जिहड़े ने वो क्रिएट हो गए, मैं इत्थे जस्ट 4 बनाए ने। जिस तरह फर्ज करो मैं तुहानूं क्लास विच फिजिक्स का जिहड़ा अपना सब्जैक्ट पढ़ाना है, मैं तुहाडा जिहड़ा सोर्स हो गया, ठीक है। हुण तुसी मेरे तो पढ़े क्लास विच फर्ज करो तुसी हैगे जे 62 स्टूडेंट्स बैठे जे, ठीक है, मेरे तो पढ़ के तुसी सीख लिया,
ਤੁਸੀਂ ਵੀ ਗਾਂ ਜਾ ਕੇ ਜਦੋਂ ਗਾਂ ਪੜਾਓਗੇ, ਠੀਕ ਹੈ, 1 ਤੋਂ 62 ਜਿਹੜੇ ਨੇ ਉਹ ਸੋਰਸ ਦੇਖੋ ਬੇਟਾ ਤਿਆਰ ਹੋ ਗਏ ਨੇ। ਤੁਸੀਂ ਵੀ ਗਾਂ ਉਹੀ ਉਹ ਚੀਜ਼ ਹੀ ਪੜਾਣੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਪੜਾਇਆ, ਠੀਕ ਹੈ। ਤੁਸੀਂ ਵੀ ਗਾਂ ਇਹ ਨੌਲੇਜ ਜਿਹੜੀ ਹੈ ਗਾਂ ਫਰਦਰ ਜਿਹੜੀ ਹੈ ਉਹ ਟ੍ਰਾਂਸਫਰ ਕਰਨੀ ਹੈ। ਉਹੀ ਚੀਜ਼ ਹੈ, ਪਹਿਲਾਂ ਇੱਕ ਸੋਰਸ ਸੀਗਾ S, ਇਥੋਂ ਬਣਿਆ ਪ੍ਰਾਇਮਰੀ ਵੇਵ ਫਰੰਟ, ਇਹਨਾਂ ਸਾਰੇ ਪੁਆਇੰਟਾਂ ਨੇ ਲਾਈਟ ਰਿਸੀਵ ਕੀਤੀ। ਹੁਣ ਜਿੰਨੇ ਵੀ ਪੁਆਇੰਟਸ ਨੇ ਮੈਂ 4 ਹੀ ਸ਼ੋ ਕੀਤੇ ਆ, ਦੇ ਐਕਟ ਐਜ਼ ਏ ਫਰੈਸ਼ ਸੋਰਸ ਆਫ ਨਿਊ ਡਿਸਟਰਬੈਂਸ। ਇਹਨਾਂ ਨੇ ਵੀ ਗਾਂ ਨਵੀਂ ਡਿਸਟਰਬੈਂਸ ਦੇ ਰੂਪ ਚ ਲਾਈਟ ਨੂੰ ਟਰੈਵਲ ਕਰਵਾਉਣਾ। ਹਾਂਜੀ ਠੀਕ ਹੋ ਗਿਆ। ਇੱਕ ਤੋਂ ਕਈ ਸੋਰਸ ਪੈਦਾ ਹੋ ਗਏ। ਹੁਣ ਕੀ ਹੋਏਗਾ, ਇਥੋਂ ਜਿਹੜੀ ਲਾਈਟ ਨਿਕਲੇਗੀ ਆਫਟਰ ਟਾਈਮ ਟੀ ਜਿਹੜੀ ਇਥੋਂ ਲਾਈਟ ਨਿਕਲੇਗੀ, ਠੀਕ ਹੈ, c ਸਪੀਡ ਦੇ ਨਾਲ ਹੀ ਨਿਕਲੇਗੀ, ਸੇਮ ਸਪੀਡ ਦੇ ਨਾਲ, ਤੇ ਟਾਈਮ t ਬਾਅਦ ਉਹਨੇ ਕਿੰਨਾ ਡਿਸਟੈਂਸ ਕਵਰ ਕਰ ਲੈਣਾ, ਉਹਨੇ ਵੀ d ਡਿਸਟੈਂਸ ਕਵਰ ਕਰ ਲੈਣਾ। ਮੰਨ ਲਓ ਇਥੋਂ ਜਿਹੜੀ ਲਾਈਟ ਨਿਕਲੀ ਇਹ ਸਾਰੇ ਪਾਸੇ ਉਹਨੇ d ਡਿਸਟੈਂਸ ਜਿਹੜਾ ਹੈ ਉਹ ਕਵਰ ਕਰਾ ਲਿਆ। ਆਹ ਦੇਖੋ ਜਿਹੜਾ ਮੈਂ ਇੱਕ ਸਰਕਲ ਜਿਹਾ ਬਣਾਤਾ, ਇਹ ਇੱਕ ਲਾਈਟ ਜਿਹੜੀ ਹੈ ਸਾਰੇ ਪਾਸੇ ਇਥੋਂ ਨਿਕਲੀ 1 ਨੰਬਰ ਤੋਂ, ਇਹ ਸਾਰੇ ਪਾਸੇ ਲਾਈਟ ਜਿਹੜੀ ਹੈ ਉਹ ਟਰੈਵਲ ਕਰ ਗਈ। ਇਸੇ ਤਰੀਕੇ ਨਾਲ ਇਥੋਂ ਵੀ ਜਿਹੜੀ ਲਾਈਟ ਨਿਕਲੇਗੀ ਉਹ ਵੀ ਟਾਈਮ t ਬਾਅਦ ਸਾਰੇ ਪਾਸੇ ਟਰੈਵਲ ਕਰੇਗੀ ਆਫਟਰ ਕਵਰਿੰਗ ਡਿਸਟੈਂਸ d ਡਿਸਟੈਂਸ ਇਥੋਂ ਵੀ ਕਵਰ ਕਰੇਗੀ, d ਡਿਸਟੈਂਸ ਜਿਹੜਾ ਇਥੋਂ ਵੀ ਕਵਰ ਕਰੇਗੀ। ਹਾਂਜੀ ਕਲੀਅਰ। ਲਾਈਟ ਇਥੋਂ ਇੱਥੇ ਤੇ ਪਹੁੰਚ ਗਈ ਸਾਰੇ ਪਾਸੇ, ਆਫਟਰ ਟਾਈਮ t ਲਾਈਟ ਮੰਨ ਲਓ ਇੱਥੇ ਤੇ ਪਹੁੰਚ ਗਈ। ਇਹ ਜਿਹੜਾ ਸਰਕਲ ਬਣਾਏ ਨੇ ਜਿਹੜੇ ਮੈਂ, ਇਹਨਾਂ ਨੂੰ ਅਸੀਂ ਬੋਲਦੇ ਹਾਂ ਸੈਕੰਡਰੀ ਵੇਵਲੈਟਸ। ਇਹ ਮੇਰੇ ਨਿੱਕੀਆਂ ਨਿੱਕੀਆਂ ਵੇਵਸ ਬਣ ਗਈਆਂ, ਛੋਟੀਆਂ ਛੋਟੀਆਂ ਵੇਵਸ, ਜਿਨ੍ਹਾਂ ਨੇ ਗਾਂ ਆਪਣੀ ਜਿਹੜੀ ਹੈ એનર્ਜੀ ਗਾਂ ਟਰੈਵਲ ਕਰਾਣੀ ਸ਼ੁਰੂ ਕਰ ਦਿੱਤੀ। ਕਲੀਅਰ। these circles are called secondary wavelets। ਕੀ ਇਹ 4 ਹੋਣਗੇ? 4 ਨਹੀਂ, ਬਹੁਤ ਜ਼ਿਆਦਾ। ਜੇ ਇੱਥੇ ਪੁਆਇੰਟ ਹੋਏਗਾ, ਇੱਥੇ ਵੀ ਇੱਕ ਬਣੇਗਾ, ਇੱਥੇ ਵੀ ਇੱਕ ਬਣੇਗਾ, ਹਰ ਜਗ੍ਹਾ ਦੇ ਉੱਤੇ ਹਰ ਇੱਕ ਪੁਆਇੰਟ ਜਿਹੜਾ ਨਾ ਉਹ ਲਾਈਟ ਨੂੰ ਜਿਹੜਾ ਹੈ ਉਹ ਟਰੈਵਲ ਕਰਵਾਏਗਾ। ਲਾਈਕ ਦੇ ਬਹੁਤ ਜ਼ਿਆਦਾ ਜਿਹੜੇ ਨੇ ਵੇਵਲੈਟਸ ਬਣ ਜਾਣਗੇ। ਹਾਂਜੀ ਠੀਕ ਹੈ। ਹੁਣ ਪਹਿਲਾ ਪੁਆਇੰਟ ਪੜ੍ਹ ਕੇ ਦੇਖੋ ਜੋ ਤੁਸੀਂ ਕਾਪੀ ਤੇ ਨੋਟ ਕੀਤਾ। ਹਾਂਜੀ ਕੀ ਲਿਖਿਆ ਮੈਂ, ਐਵਰੀ ਪੁਆਇੰਟ, ਹਾਂਜੀ ਐਵਰੀ ਪੁਆਇੰਟ ਔਨ ਦਾ ਗਿਵਨ ਵੇਵ ਫਰੰਟ। ਕਿਹੜਾ ਗਿਵਨ ਵੇਵ ਫਰੰਟ ਹੈ ਮੇਰੇ ਕੋਲ, AB। ਐਵਰੀ ਪੁਆਇੰਟ ਔਨ ਦਾ ਗਿਵਨ ਵੇਵ ਫਰੰਟ ਐਕਟ ਐਜ਼ ਏ ਫਰੈਸ਼ ਸੋਰਸ। ਉਹ ਵੀ ਫਰੈਸ਼ ਸੋਰਸ ਦਾ ਹੀ ਕੰਮ ਕਰੇਗਾ, ਜਿਸ ਤਰ੍ਹਾਂ ਆਹ ਸੋਰਸ ਹੈਗਾ ਮੇਰਾ। ਐਕਟ ਐਜ਼ ਏ ਫਰੈਸ਼ ਸੋਰਸ ਆਫ ਨਿਊ ਡਿਸਟਰਬੈਂਸ। ਉਹ ਵੀ ਗਾਂ ਡਿਸਟਰਬੈਂਸ ਭੇਜਣ ਵਾਸਤੇ, ਲਾਈਟ ਨੂੰ ਟਰੈਵਲ ਕਰਾਉਣ ਵਾਸਤੇ ਉਹ ਵੀ ਸੋਰਸ ਬਣ ਜਾਏਗਾ ਸਾਡਾ। ਠੀਕ ਹੋ ਗਿਆ। ਅੱਗੇ ਕੀ ਹੈ, and these fresh source of new disturbance is called, ਹਾਂਜੀ ਕੀ ਬੋਲਾਂਗੇ ਆਪਾਂ ਉਹਨੂੰ, secondary wavelets। ਉਹਨਾਂ ਨੂੰ ਬੋਲਾਂਗੇ secondary, ਆ ਮੇਰੇ secondary wavelets ਬਣ ਗਏ। and which travels disturbance in all the direction with the velocity of light। ਠੀਕ ਹੈ, ਉਹ ਵੀ ਗਾਂ ਉਸ ਤਰ੍ਹਾਂ ਹੀ ਟਰੈਵਲ ਕਰਵਾਉਣਗੇ ਸਾਰੀ ਲਾਈਟ ਨੂੰ, ਜਿਸ ਤਰ੍ਹਾਂ ਪਿੱਛੇ velocity of light ਨਾਲ ਲਾਈਟ ਆਈ ਸੀ ਨਾ, ਇਸ ਤਰ੍ਹਾਂ ਇੱਥੋਂ ਵੀ ਗਾਂ ਲਾਈਟ ਜਾਏਗੀ with same speed velocity of light ਦੇ ਨਾਲ ਆਏਗੀ। ਹਾਂਜੀ ਕਲੀਅਰ ਹੋ ਗਿਆ ਪਹਿਲਾ ਪੁਆਇੰਟ। ਨਾਓ ਹੁਣ ਆ ਜਾਓ ਦੂਸਰੇ ਪੁਆਇੰਟ ਦੇ ਉੱਪਰ। ਆ ਸਾਰੇ ਜਿਹੜੇ ਨੇ ਕੀ ਹੈ, ਸਰਕਲ ਕਿਹੜੇ ਨੇ, ਸੈਕੰਡਰੀ ਵੇਵਲੈਟਸ। ਠੀਕ, ਇਹਨਾਂ ਸੈਕੰਡਰੀ ਵੇਵਲੈਟਸ ਨੂੰ ਦੇਖੋ ਮੈਂ ਆਪਸ ਵਿੱਚ ਜੁਆਇਨ ਕਰ ਦਿੱਤਾ। ਆ ਜਿੰਨੇ ਵੀ ਮੇਰੇ ਸੈਕੰਡਰੀ ਵੇਵਲੈਟ ਸੀ ਇਹਨਾਂ ਨੂੰ ਮੈਂ ਇੱਕ ਪਲੇਨ ਦੇ ਨਾਲ ਜੁਆਇਨ ਕਰਤਾ। ਇਹ ਦੇਖੋ ਆ ਸੈਕੰਡਰੀ ਵੇਵਲੈਟ ਸੀ, ਠੀਕ ਹੈ, ਆ ਵੀ ਮੇਰਾ ਸੈਕੰਡਰੀ ਵੇਵਲੈਟ। ਆ ਜਿੰਨੇ ਵੀ ਸੈਕੰਡਰੀ ਵੇਵਲੈਟ ਨਿਕਲੇ ਦੇ ਆਰ ਜੁਆਇੰਟ। ਠੀਕ ਹੈ, ਉਹਨੂੰ ਅਸੀਂ ਜੁਆਇਨ ਕਰ ਦਿੱਤਾ ਵਿਦ ਪਲੇਨ। ਇੱਕ ਪਲੇਨ ਦੇ ਨਾਲ ਮੈਂ ਦੇਖੋ ਜੁਆਇਨ ਕਰਤਾ, ਆ ਵਾਲਾ। ਠੀਕ ਹੋ ਗਿਆ। ਇਹ ਜੁਆਇਨ ਕਰ ਦਿੱਤਾ ਟੈਂਜੈਂਸ਼ੀਅਲੀ। ਟੈਂਜੈਂਸ਼ੀਅਲੀ ਦਾ ਮਤਲਬ ਬਿਲਕੁਲ ਉਹਦੇ ਸਰਫੇਸ ਦੇ ਨਾਲ ਨਾਲ ਦੇਖੋ ਉਹਨੂੰ ਮੈਂ ਜੁਆਇਨ ਕਰ ਦਿੱਤਾ। ਐਂਡ ਇਹਦਾ ਨਾਮ ਮੈਂ ਰੱਖ ਦਿੱਤਾ A1 ਤੇ ਇਹਦਾ ਨਾਮ ਰੱਖ ਦਿੱਤਾ B1। ਇੱਕ ਪਲੇਨ, ਉਹਦੇ ਨਾਲ ਮੈਂ ਜਿੰਨੇ ਵੀ ਸੈਕੰਡਰੀ ਜਿਹੜੇ ਵੇਵਫਰੰਟ ਸੀ ਉਹਨਾਂ ਨੂੰ ਮੈਂ ਜੁਆਇਨ ਕਰਵਾ ਦਿੱਤਾ। ਇਸ ਤਰ੍ਹਾਂ ਇੱਥੇ ਵੀ ਆਪਾਂ ਇਹਨੂੰ ਜੁਆਇਨ ਕਰਵਾ ਸਕਦੇ ਹਾਂ। ਆ ਦੇਖੋ ਇਧਰੋਂ ਵੀ ਇੱਕ ਪਲੇਨ ਦੇ ਨਾਲ ਜਿਹੜਾ ਆਪਾਂ ਇਹਨੂੰ ਜੁਆਇਨ ਕਰਵਾ ਦਿੱਤਾ। ਇਹਦਾ ਨਾਮ ਰੱਖ ਦਿੱਤਾ ਅਸੀਂ A2 ਤੇ ਨਾਲ ਰੱਖ ਦਿੱਤਾ ਅਸੀਂ ਇਹਦਾ ਨਾਮ B2। ਠੀਕ ਹੈ, ਪਰ ਸਾਨੂੰ ਪਤਾ ਹੈ ਜਦੋਂ ਵੀ ਸੋਰਸ ਤੋਂ ਲਾਈਟ ਨਿਕਲੇਗੀ ਨਾ ਉਹ ਫਾਰਵਰਡ ਜਾਂਦੀ ਹੈ, ਪਿਛਾਂਹ ਨੂੰ ਨਹੀਂ ਆਉਂਦੀ। ਹਾਂਜੀ ਠੀਕ ਹੈ, ਪਤਾ ਲੱਗ ਗਿਆ। ਲਾਈਟ ਹਮੇਸ਼ਾ ਸੋਰਸ ਤੋਂ ਦੂਰ ਜਾਂਦੀ ਹੈ, ਲਾਈਟ ਸੋਰਸ ਵੱਲ ਨਹੀਂ ਆਏਗੀ। ਹੁਣ ਧਿਆਨ ਨਾਲ ਦੇਖੋ ਦੂਜਾ ਪੁਆਇੰਟ ਪੜੋ। ਇਹ ਸਰਫੇਸ ਟਚਿੰਗ ਟੈਂਜੈਂਸ਼ੀਅਲੀ,
ਇੱਕ ਸਰਫੇਸ ਜਿਹੜਾ ਟੈਂਜੈਂਸ਼ੀਅਲੀ ਟੱਚ ਕਰ ਰਿਹਾ ਹੈ ਇਨ ਦਾ ਫਾਰਵਰਡ ਡਾਇਰੈਕਸ਼ਨ ਲਿਖਵਾਇਆ ਹੈਗਾ, ਦੇਖੋ ਧਿਆਨ ਨਾਲ, ਉੱਥੇ ਮੈਂ ਵਰਡ ਲਿਖਾਇਆ ਇਨ ਦਾ ਫਾਰਵਰਡ ਡਾਇਰੈਕਸ਼ਨ, ਅ ਸਰਫੇਸ ਟਚਿੰਗ ਟੈਂਜੈਂਸ਼ੀਅਲੀ ਟੂ ਥੀਸ ਸੈਕੰਡਰੀ ਵੇਵਲੈਟਸ। ਇਹ ਜਿਹੜੇ ਵੇਵਲੈਟਸ ਨੇ ਇਹਨਾਂ ਨੂੰ ਇੱਕ ਸਰਫੇਸ ਟੱਚ ਕਰ ਰਿਹਾ ਹੈ ਟੈਂਜੈਂਸ਼ੀਅਲੀ ਇਨ ਦਾ ਫਾਰਵਰਡ ਡਾਇਰੈਕਸ਼ਨ, ਠੀਕ ਹੈ। ਐਟ ਐਨੀ ਇੰਸਟੈਂਟ ਗਿਵ ਨਿਊ ਵੇਵ ਫਰੰਟ, ਇਹ ਸਾਡਾ ਇੱਕ ਨਵਾਂ ਵੇਵ ਫਰੰਟ ਬਣ ਜਾਏਗਾ, that is called secondary wave front। ਇਸ ਨੂੰ ਅਸੀਂ ਬੋਲਾਂਗੇ secondary wave front। ਇਹਨੂੰ ਨਹੀਂ ਕਹਿਣਾ secondary, ਆ ਬੈਕਵਰਡ ਵਾਲੇ ਨੂੰ secondary ਨਹੀਂ ਕਹਿਣਾ, ਕਿਉਂਕਿ ਮੈਂ ਹੁਣੇ ਸਮਝਾਇਆ ਕਿ ਲਾਈਟ ਜਿਹੜੀ ਹੈ ਸੋਰਸ ਵੱਲ ਨਹੀਂ ਆਏਗੀ, ਲਾਈਟ ਸੋਰਸ ਤੋਂ ਦੂਰ ਹੀ ਜਾਂਦੀ ਹੈ, એનર્ਜੀ ਦੂਰ ਹੀ ਟਰੈਵਲ ਕਰਦੀ ਹੈ, ਇਸ ਕਰਕੇ ਮੈਂ ਲਿਖਵਾਇਆ ਫਾਰਵਰਡ ਡਾਇਰੈਕਸ਼ਨ। ਇਹਦਾ ਮਤਲਬ ਜਦੋਂ ਸੈਕੰਡਰੀ ਵੇਵਲੈਟ ਬਣ ਗਏ ਇਹਨਾਂ ਨੂੰ ਇੱਕ ਸਰਫੇਸ ਦੇ ਨਾਲ ਅਸੀਂ ਮਤਲਬ ਕਿ ਜੁਆਇਨ ਕਰ ਦਿੱਤਾ, ਠੀਕ ਹੈ। ਇਹ ਆਲਰੇਡੀ ਕਿਸਮ ਦਾ ਜੁਆਇਨ ਹੀ ਹੁੰਦਾ ਹੈ, ਇਹ ਤਾਂ ਅਸੀਂ ਜਸਟ ਇੱਕ ਤੁਹਾਨੂੰ ਐਗਜ਼ਾਮਪਲ ਦੇ ਰਹੇ ਹਾਂ, ਕਿਉਂਕਿ ਬਹੁਤ ਜ਼ਿਆਦਾ ਇਹ ਸੈਕੰਡਰੀ ਵੇਵਲੈਟਸ ਹੁੰਦੇ ਨੇ, ਲਾਗੇ ਹੁੰਦੇ ਨੇ, ਤੇ ਇਸ ਤਰ੍ਹਾਂ ਦੀ ਇੱਕ ਲਾਈਨ ਬਣ ਜਾਏਗੀ ਪੂਰੀ ਪ੍ਰੋਪਰ, ਠੀਕ ਹੈ। ਇਹਨੂੰ ਅਸੀਂ ਬੋਲਾਂਗੇ ਸੈਕੰਡਰੀ ਵੇਵ ਫਰੰਟ। ਇਹ ਸਾਡਾ ਸੈਕੰਡਰੀ ਵੇਵ ਫਰੰਟ ਹੈ ਫਾਰਵਰਡ ਵਾਲਾ। ਹਾਂਜੀ, ਵਾਟ ਇਜ਼ AB? ਇਟ ਇਜ਼ ਪ੍ਰਾਇਮਰੀ ਵੇਵ ਫਰੰਟ। what is A1 B1? It is secondary wave front. Is A2 B2 secondary wave front? No, it is not a secondary wave front because energy travel in the forward direction। ਇਸੇ ਤਰੀਕੇ ਨਾਲ ਇਹਦੇ ਉੱਪਰ ਜਿੰਨੇ ਵੀ ਪੁਆਇੰਟਸ ਹੋਣਗੇ ਬੇਟਾ, ਹੁਣ ਇਹਦੇ ਉੱਪਰ ਜਿੰਨੇ ਵੀ ਪੁਆਇੰਟਸ ਹੋਣਗੇ ਉਹ ਵੀ ਗਾਂ ਫਰੈਸ਼ ਸੋਰਸ ਦਾ ਹੀ ਕੰਮ ਕਰਨਗੇ, ਉਸੇ ਤਰੀਕੇ ਨਾਲ ਲਾਈਟ ਭੇਜਣਗੇ, ਜਿਵੇਂ ਇਹਨੇ ਭੇਜੀ ਇਸ ਤਰ੍ਹਾਂ ਇਹਨੇ ਭੇਜੀ, ਇਸ ਤੋਂ ਬਾਅਦ ਟਰਸ਼ਰੀ ਵੇਵ ਫਰੰਟ ਬਣ ਜਾਏਗਾ, ਇਸ ਤਰ੍ਹਾਂ ਅੱਗੇ ਚੌਥਾ ਬਣ ਜਾਏਗਾ, ਪੰਜਵਾਂ, ਇਸ ਤਰ੍ਹਾਂ ਜਿਹੜੀ ਹੈ ਉਹ ਲਾਈਟ ਜਿਹੜੀ ਹੈ ਵੇਵ ਫਰੰਟ ਦੇ ਰੂਪ ਚ ਗਾਂ ਟਰੈਵਲ ਕਰਦੀ ਜਾਂਦੀ ਹੈ। ਹਾਂਜੀ ਠੀਕ, ਇਹ ਉਹੀਓ ਚੀਜ਼ ਹੈ ਜਿਸ ਤਰ੍ਹਾਂ ਅਸੀਂ ਪਾਣੀ ਦੇ ਵਿੱਚ ਪੱਥਰ ਮਾਰਦੇ ਹਾਂ, ਪਹਿਲਾਂ ਤੁਸੀਂ ਦੇਖੋਗੇ ਇੱਕ ਰਿਪਲ ਬਣਦਾ ਹੈ ਗੋਲ, ਉਸ ਤੋਂ ਬਾਅਦ ਨਾਲ ਇੱਕ ਦੂਸਰਾ ਬਣਦਾ ਹੈ, ਨਾਲ ਇੱਕ ਤੀਸਰਾ ਬਣਦਾ, ਉਹੀ ਚੀਜ਼ ਹੈ, ਪਹਿਲਾਂ એનર્ਜੀ ਇੱਥੇ, ਉਸ ਤੋਂ ਬਾਅਦ એનર્ਜੀ ਗਾਂ ਫਰਦਰ ਜਿਹੜੀ ਹੈ ਉਹ ਟਰੈਵਲ ਕਰਦੀ ਜਾਏਗੀ। ਐਂਡ ਦਿਸ ਇਜ਼ ਦਾ ਵੇਵ ਥਿਊਰੀ। ਇਹ ਵੇਵ ਥਿਊਰੀ ਹੈ ਜਿਹੜੀ ਹਾਈਗਨ ਨੇ ਸਾਨੂੰ ਦੱਸੀ ਹੈ ਕਿ ਇਸ ਤਰ੍ਹਾਂ ਲਾਈਟ ਜਿਹੜੀ ਹੈ ਵੇਵ ਦੇ ਰੂਪ ਚ ਮੀਡੀਅਮ ਦੇ ਵਿੱਚ ਜਿਹੜੀ ਹੈ ਉਹ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਵੱਲ ਜਿਹੜੀ ਹੈ ਉਹ ਟਰੈਵਲ ਕਰਦੀ ਹੈ। ਜਿੱਧਰ ਨੂੰ ਲਾਈਟ ਜਾਏਗੀ ਉਧਰ ਹੀ ਲਾਈਟ ਦੀ ਜਿਹੜੀ ਹੈ ਉਹ એનર્ਜੀ ਵੀ ਨਾਲ ਦੇ ਨਾਲ ਕੀ ਹੈ ਉਹ ਟਰੈਵਲ ਕਰਦੀ ਹੈ। ਨਾਓ ਹੁਣ ਜਿਉਂ-ਜਿਉਂ ਇੱਥੋਂ ਲਾਈਟ ਆਈ ਇੱਥੇ ਤੱਕ, ਜਿਉਂ-ਜਿਉਂ ਅਸੀਂ ਦੂਰ ਜਾਈ ਜਾਵਾਂਗੇ, ਮੰਨ ਲਓ ਅਸੀਂ ਚੱਲ ਗਏ ਇਨਫਾਈਨਾਈਟ ਡਿਸਟੈਂਸ ਤੇ ਚਲੇ ਗਏ, ਹੁਣੇ ਮੈਂ ਤੁਹਾਨੂੰ ਸਮਝਾ ਕੇ ਹਟਿਆ, ਜਦੋਂ ਸੋਰਸ ਤੋਂ ਇਨਫਾਈਨਾਈਟ ਡਿਸਟੈਂਸ ਤੇ ਚਲੇ ਗਏ, ਲਾਈਟ ਬਹੁਤ ਦੂਰ ਚਲ ਗਈ। ਪਹਿਲਾਂ ਤਾਂ ਦੇਖੋ ਧਿਆਨ ਨਾਲ ਸਫੈਰਿਕਲ ਵੇਵ ਫਰੰਟ ਚੱਲ ਰਹੇ ਸੀਗੇ, ਸਫੈਰਿਕਲ ਵੇਵ ਫਰੰਟ, ਤੇ ਜਦੋਂ ਅਸੀਂ ਇਨਫਾਈਨਾਈਟ ਡਿਸਟੈਂਸ ਤੇ ਚਲੇ ਜਾਵਾਂਗੇ ਫਿਰ ਡਾਇਗਰਾਮ ਇਹ ਕਿਸ ਤਰ੍ਹਾਂ ਦੀ ਬਣ ਜਾਏਗੀ, ਧਿਆਨ ਨਾਲ ਦੇਖੋ, ਬਿਲਕੁਲ ਪਲੇਨ ਜਿਹੜਾ ਹੈ ਸਾਡੇ ਕੋਲ ਆ ਵੇਵ ਫਰੰਟ ਆ ਬਣ ਜਾਏਗਾ AB, ਕਿਉਂਕਿ ਜਦੋਂ ਅਸੀਂ ਇਨਫਾਈਨਾਈਟ ਡਿਸਟੈਂਸ ਤੇ ਹੋਵਾਂਗੇ ਫਿਰ ਇਹ ਸਫੈਰਿਕਲ ਨਹੀਂ ਬਣਾਣਾ, ਅਸੀਂ ਉਹਨੂੰ ਪਲੇਨ ਵੇਵ ਫਰੰਟ ਸ਼ੋ ਕਰਾਂਗੇ। ਤੇ ਇਹਦੇ ਉੱਪਰ ਵੀ ਜਿਹੜੇ ਆ ਪੁਆਇੰਟਸ ਮੈਂ ਬਣਾਏ ਸੀਗੇ 4 ਪੁਆਇੰਟ, ਵੈਸੇ ਤੇ ਹਜ਼ਾਰਾਂ ਲੱਖਾਂ ਕਰੋੜਾਂ ਪੁਆਇੰਟਸ ਨੇ, ਇਹ ਵੀ ਜਿਹੜੇ ਨੇ ਫਰੈਸ਼ ਸੋਰਸ ਦਾ ਕੰਮ ਕਰਨਗੇ, ਅੱਗੇ ਵੀ ਸਮਝਾਇਆ, ਇਹ ਸਾਰੇ ਤੁਹਾਡੇ ਫਰੈਸ਼ ਸੋਰਸ ਨੇ, ਇਹਨਾਂ ਨੇ ਵੀ ਲਾਈਟ ਗਾਂ ਹੀ ਟਰੈਵਲ ਕਰਵਾਉਣੀ ਹੈ, ਜਿਨ੍ਹਾਂ ਨੂੰ ਸੈਕੰਡਰੀ ਵੇਵਲੈਟ ਬੋਲਦੇ ਆ। ਬਾਅਦ ਵਿੱਚੋਂ ਤੁਸੀਂ ਇੱਕ ਫਾਰਵਰਡ ਡਾਇਰੈਕਸ਼ਨ 'ਚ ਇੱਕ ਸਰਫੇਸ ਦੇ ਨਾਲ ਇਹਨੂੰ ਟੈਂਜੈਂਸ਼ੀਅਲੀ ਟੱਚ ਕਰ ਦਿੱਤਾ, ਆ ਮੇਰਾ ਬਣ ਜਾਏਗਾ A1 ਤੇ ਆਹ ਵਾਲਾ ਪੁਆਇੰਟ ਮੇਰਾ ਬਣ ਜਾਏਗਾ B1, ਤੇ ਜੇ ਇਧਰੋਂ ਟੱਚ ਕਰਾਓਗੇ ਇਹਦਾ ਨਾਮ ਆ ਜਾਏਗਾ B2 ਤੇ ਇਧਰੋਂ ਆ ਗਿਆ ਸਾਡੇ ਕੋਲ A2। ਹਾਂਜੀ, ਹੁਣ ਦੱਸੋ ਇਹਦੇ ਵਿੱਚੋਂ ਕਿਹੜਾ ਪ੍ਰਾਇਮਰੀ ਵੇਵ ਫਰੰਟ ਹੈ? ਜਿਸ ਤਰ੍ਹਾਂ AB ਪ੍ਰਾਇਮਰੀ ਸੀ, ਹੁਣ ਹੈ ਪਲੇਨ ਵੇਵ, ਆ ਸਾਡਾ ਪ੍ਰਾਇਮਰੀ ਹੋ ਗਿਆ, ਤੇ ਫਾਰਵਰਡ ਡਾਇਰੈਕਸ਼ਨ ਵਾਲਾ ਆ ਜੇ ਮੇਰਾ ਸੈਕੰਡਰੀ ਵੇਵ ਫਰੰਟ। ਇਟ ਇਜ਼ ਸੈਕੰਡਰੀ ਪਲੇਨ ਵੇਵ ਫਰੰਟ, ਇਟ ਇਜ਼ ਕਾਲਡ ਸੈਕੰਡਰੀ ਪਲੇਨ ਵੇਵ ਫਰੰਟ। ਕੀ ਇਹਨੂੰ ਤੁਸੀਂ ਸੈਕੰਡਰੀ ਵੇਵ ਫਰੰਟ ਬੋਲਣਾ? ਨਹੀਂ ਬੋਲਣਾ, ਕਿਉਂਕਿ ਲਾਈਟ ਜਿਹੜੀ ਹੈ ਉਹ ਹਮੇਸ਼ਾ ਫਾਰਵਰਡ ਡਾਇਰੈਕਸ਼ਨ ਦੇ ਵਿੱਚ ਹੀ ਕੀ ਕਰਦੀ ਹੈ, ਉਹ ਟਰੈਵਲ ਕਰਦੀ ਹੈ। ਹਾਂਜੀ, ਆਈ ਥਿੰਕ ਤੁਹਾਨੂੰ ਅੱਜ ਦਾ ਲੈਕਚਰ ਜਿਹੜਾ ਕਲੀਅਰ ਹੋਏਗਾ। ਜੇ ਨਹੀਂ ਕਲੀਅਰ ਹੁੰਦਾ, ਇੱਕ ਵਾਰੀ ਨਹੀਂ ਕਲੀਅਰ ਹੁੰਦਾ, ਤੇ ਮੈਂ ਤੁਹਾਨੂੰ ਰਿਕੁਐਸਟ ਕਰਦਾ ਹਾਂ ਲੈਕਚਰ ਨੂੰ ਬਾਰ-ਬਾਰ ਜਿਹੜਾ ਹੈ ਰਿਵਰਸ ਕਰਕੇ ਦੇਖ ਲੈਣਾ, ਕਿਉਂਕਿ ਬਹੁਤ ਇੰਪੋਰਟੈਂਟ ਹੈ। ਇਹਦੇ ਬੇਸ ਦੇ ਉੱਪਰ ਹੀ ਰਿਫਲੈਕਸ਼ਨ ਮੈਂ ਪ੍ਰੂਵ ਕਰਨੀ ਹੈ, ਇਹਦੇ ਬੇਸ ਦੇ ਉੱਪਰ ਰਿਫਰੈਕਸ਼ਨ ਤੇ ਇੰਟਰਫੇਰੈਂਸ ਆਫ ਲਾਈਟ ਜਿਹੜੇ ਅੱਗੇ ਆਰਟੀਕਲਸ ਆਉਣ ਵਾਲੇ ਨੇ, ਇਹਦੇ ਉੱਪਰ ਹੀ ਮੈਂ ਪ੍ਰੂਵ ਕਰਨਾ ਹੈਗਾ। ਠੀਕ ਹੈ, ਥੈਂਕ ਯੂ।